अकाल मूरत अजूनी सैभं गुर प्रसाद। चकर चहन अर बरन जात अर पात नहन जेह। रूप रंग अर रेख भेख को कह न सकत केह। अचल मूरत आन भव प्रकाश अमितोज कह जय। कोट इंद्र इंद्राण साहे साहाण गणजय। त्रिभुवन महीप सुर नर असुर। नेत नेत बन तृण कहत। त्वै सर्ब नाम कथय कवन। कर्म नाम बरनत सुमत। त्वै सर्ब नाम कथय कवन। कर्म नाम बरनत सुमत। पंज प्याले पंज पीर। छठम पीर बैठा गुर भारी। अर्जन काया पलट कै। मूरत हर गोबिंद सवारी। चली पीढ़ी सोढ़ियाँ। रूप दिखावन वारो वारी। दल पंजन गुर सूरमा। वड जोधा बहु पर उपकारी। सुपन चरित्र चित्र बानक बन बचित्र। पावन पवित्र मित्र आज मोरे आए हैं। परम दयाल लाल लोचन विशाल। मुख बचन रसाल मधु मधुर पियाए हैं। सोबत सहजासन बिलासन दयंक माल। प्रेम रस बिस्म होए सहज समाये हैं। चातृक शब्द सुन अखियां उघर गई। भई जल मीन गत बिरहा जगाए हैं। आज मोरे आए हैं। हम अवगुण भरे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत गाई। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। गुर रामदास राखो सरनाई। सो कहो टल गुर सेविय। अहनस सहज सुभाए। दर्शन परस है गुरु का। जन्म मरण दुख जाए। होवै सिफत खसंबंधी। नूर अर सह गुर सह चटिया। तुद डठे सच्चे पातशाह। मल जन्म जन्म दे कटिया। सज्जन सच्चा पातशाह। सिर साहाद साहो। जिस पास बैठया सोहिया। सभना दावे साहो।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰ ਕੇ ਗੋਲੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਾਹਿਬ ਗਰੀਬ ਨਵਾਜ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੋਗੋ ਜੋਗਾ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਪਾਤਸ਼ਾਹ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬੰਦੀ ਛੋੜ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਅੱਜ ਦੇ ਦਿਨ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਕੀ ਵਡਾਲੀ ਨਗਰ ਵਿਖੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਉਦਰ ਤੋਂ ਪ੍ਰਕਾਸ਼ ਧਾਰਨ ਕੀਤਾ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਔਰ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਸ਼ਾਦੀ ਨੂੰ ਕਾਫੀ ਵਰ੍ਹੇ ਬੀਤ ਚੁੱਕੇ ਸਨ। ਘਰ 'ਚ ਸੰਤਾਨ ਨਹੀਂ ਸੀ। ਇੱਕ ਦਿਨ ਬਰਸਾਤਾਂ ਦੇ ਦਿਨ ਪੈ ਕੇ ਹਟੇ ਸਨ ਤੇ ਮਾਤਾ ਗੰਗਾ ਜੀ ਦੇ ਜਿਹੜੇ ਦੁਸ਼ਾਲੇ ਸਨ
ਉਹ ਧੁੱਪੇ ਸੁੱਕਣੇ ਪਾਏ ਨੇ ਕਿ ਸਲਾਬਾ ਦੂਰ ਹੋ ਜਾਏ। ਤਾਂ ਦੁਸ਼ਾਲਿਆਂ ਦੀ ਚਮਕ ਕਰਮੋਂ ਨੇ ਵੇਖੀ ਹੈ। ਉਹਨੇ ਕੁਝ ਏਦਾਂ ਦੇ ਬੋਲ ਕਹੇ ਵੀ ਇਹ ਤਾਂ ਓਤ ਹੈ, ਆਉਣ ਵਾਲੇ ਸਮੇਂ 'ਚ ਸਾਰੇ ਦੁਸ਼ਾਲੇ ਤੇ ਸਾਰਾ ਘਰ ਅਸੀਂ ਸਾਂਭਣਾ, ਇਹਨਾਂ ਕੋਲ ਕਿਹੜਾ ਕੋਈ ਪੁੱਤ ਹੈ। ਕਰਮੋਂ ਦੀ ਦਾਸੀ ਨੇ ਮਾਤਾ ਗੰਗਾ ਦੀ ਦਾਸੀ ਨੂੰ ਆ ਕੇ ਗੱਲ ਕਹੀ। ਮਾਤਾ ਗੰਗਾ ਜੀ ਨੇ ਜਦੋਂ ਇਹ ਬਚਨ ਸੁਣੇ ਤੇ ਮਨ ਆਹਤ ਹੋਇਆ ਕਿ ਸ਼ਰੀਕਣ ਨੇ ਤਾਨਾ ਮਾਰਿਆ ਹੈ। ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਜਾ ਕੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ ਮੇਰੇ ਸਿਰ ਦੇ ਸਾਈਂ, ਸੰਸਾਰ ਦੇ ਅਨੇਕਾਂ ਪ੍ਰਾਣੀ ਤੁਹਾਡੇ ਕੋਲ ਆ ਕੇ ਮੰਗਾਂ ਮੰਗਦੇ ਨੇ ਤੇ ਇਹਨਾਂ ਦੀਆਂ ਝੋਲੀਆਂ ਤੁਸੀਂ ਭਰਦੇ ਹੋ। ਮੈਂ ਨਿਮਾਣੀ ਤੁਹਾਡੀ ਦਾਸੀ ਹਾਂ, ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਵੀ ਇਹ ਸੰਸਾਰ ਨਾਲ ਗੰਢ ਪੈ ਜਾਏ, ਮੈਨੂੰ ਵੀ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਸ਼ਰੀਕਣ ਨੇ ਤਾਨਾ ਮਾਰਿਆ ਜੋ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਗੰਗਾ ਜੀ ਤੁਹਾਡੀ ਇੱਛਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ। ਗੁਰੂ ਘਰ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ, ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰੋ। ਸਤਿਗੁਰਾਂ ਦਾ ਇਹ ਆਦਿ ਜੁਗਾਦੀ ਬਿਰਦ ਹੈ, ਆਪਣਿਆਂ ਸੇਵਕਾਂ ਨੂੰ ਵਡਿਆਈ ਦੇਣੀ, ਆਪਣਿਆਂ ਜਨਾਂ ਨੂੰ ਆਪਣਿਆਂ ਦਾਸਾਂ ਨੂੰ ਵਡਿਆਈ ਬਖਸ਼ਣੀ। ਸਤਿਕਾਰਯੋਗ ਮਾਤਾ ਗੰਗਾ ਜੀ ਰਥ ਤੇ ਸਵਾਰ ਹੋਏ, ਕੁਝ ਦਾਸੀਆਂ ਦਾਸ ਨਾਲ ਲੈ ਕੇ ਬਾਬਾ ਬੁੱਢਾ ਜੀ ਦੀ ਬੀੜ ਵਿਖੇ ਗਏ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਕਿ ਧੂੜ ਉੱਡਦੀ ਹੈ, ਬੜੀ ਤੇਜ਼ੀ ਨਾਲ ਕੋਈ ਰੱਥ ਆਉਂਦਾ ਹੈ, ਪੁੱਛਿਆ ਕੌਣ ਹੈ? ਕਹਿਣ ਲੱਗੇ ਜੀ ਗੁਰੂ ਕੇ ਮਹਿਲ ਹਨ। ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਭਾਵਕ ਬੋਲ ਹੁੰਦੇ ਨੇ, ਕੋਈ ਵਰ ਸਰਾਪ ਨਹੀਂ ਹੁੰਦੇ। ਸੁਭਾਵਕ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ, ਜੋ ਗੁਰੂ ਕਿਆਂ ਨੂੰ ਭਾਜ ਕਿਵੇਂ ਪਈ। ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰਦਿਆਂ ਮਾਤਾ ਜੀ ਬਾਬਾ ਬੁੱਢਾ ਸਾਹਿਬ ਜੀ ਪਾਸ ਆ ਕੇ ਬੇਨਤੀ ਕੀਤੀ ਤੇ ਬਾਬਾ ਜੀ ਨੇ ਅੱਗੋਂ ਬਚਨ ਆਖਿਆ, ਮਾਤਾ ਮੈਂ ਤਾਂ ਗੁਰੂ ਘਰ ਦਾ ਅਦਨਾ ਜਿਹਾ ਘਾਈਆ ਹਾਂ, ਮੇਰੇ ਕੋਲ ਏਡੀ ਤਾਕਤ ਕਿੱਥੇ ਕਿ ਮੈਂ ਜਗਤ ਮਾਤਾ ਨੂੰ ਕਹਿ ਸਕਾਂ ਵੀ ਤੁਹਾਡੀ ਕੁੱਖ ਤੋਂ ਪੁੱਤਰ ਹੋਵੇਗਾ। ਜਾਓ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਜਾ ਕੇ ਮੰਗੋ। ਮਾਤਾ ਗੰਗਾ ਜੀ ਬੜੀ ਨਮੋਸ਼ੀ ਨਾਲ ਉੱਥੋਂ ਵਾਪਸ ਮੁੜ ਆਏ। ਪੰਚਮ ਪਾਤਸ਼ਾਹ ਨੂੰ ਜਾ ਕੇ ਸਾਰਾ ਬਚਨ ਦੱਸਿਆ ਤੋ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਗੰਗਾ ਜੀ ਕਿਸੇ ਮਹਾਂਪੁਰਸ਼ ਮਹਾਤਮਾ ਪਾਸ ਜਾਣ ਦੀ ਮਰਿਆਦਾ ਹੁੰਦੀ ਹੈ, ਤੁਸੀਂ ਜਾਚਕ ਬਣ ਕੇ ਗਏ ਸੋ, ਰਥਾਂ ਤੇ ਸਵਾਰ ਹੋ ਕੇ ਜਾਣਾ ਉਚਿਤ ਨਹੀਂ ਸੀ। ਪੁੱਛਿਆ ਮਾਤਾ ਜੀ ਨੇ, ਸਤਿਗੁਰੂ ਜੀ ਫਿਰ ਤੁਸੀਂ ਕਿਰਪਾ ਕਰਕੇ ਜੁਗਤੀ ਦੱਸ ਦਿਓ। ਪੰਜਵੇਂ ਪਾਤਸ਼ਾਹ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਮਿੱਸੇ ਪ੍ਰਸ਼ਾਦੇ ਬੜੇ ਪਿਆਰੇ ਲੱਗਦੇ, ਆਪਣੇ ਹੱਥੀਂ ਆਟਾ ਪੀਸੋ, ਵਿੱਚ ਚਣੇ ਪਾ ਕੇ ਲੱਸੀ ਆਪਣੇ ਹੱਥੀਂ ਰਿੜਕੋ, ਮੱਖਣ ਲੈ ਲਓ, ਪਿਆਜ਼ ਅਚਾਰ ਲੈ ਲਓ, ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਇੱਥੋਂ ਪੈਦਲ ਚੱਲ ਕੇ ਜਾਓ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ 'ਚ ਜਾ ਕੇ ਫਿਰ ਬੇਨਤੀ ਕਰੋ। ਰਾਤ ਨੂੰ ਮਾਤਾ ਜੀ ਬਿਰਾਜੇ ਨੇ, ਅੰਮ੍ਰਿਤ ਵੇਲੇ ਸਵਖਤੇ ਉੱਠੇ ਹਨ, ਇਸ਼ਨਾਨ ਪਾਨ ਕਰਕੇ ਆਪ ਆਪਣੇ ਹੱਥੀਂ ਆਟਾ ਪੀਸਿਆ। ਦਾਸੀਆਂ ਕਹਿੰਦੀਆਂ, ਜੀ ਮਾਤਾ ਅਸੀਂ ਜੀ
ਮਾਤਾ ਜੀ ਅਸੀਂ ਪੀਸਦੇ ਹਾਂ। ਮਾਤਾ ਜੀ ਨੇ ਵਰਜ ਦਿੱਤਾ, ਆਪ ਆਪਣੇ ਹੱਥੀਂ ਚੱਕੀ ਪੀਸੀ, ਆਟਾ ਪੀਸਿਆ ਤੇ ਪ੍ਰਸ਼ਾਦੇ ਪਕਾਏ ਨੇ। ਮਾਂ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਮੋਟ ਰੋਟਕਾ ਵੀ ਉਂਗਲ ਉਂਗਲ ਮੋਟੇ ਪ੍ਰਸ਼ਾਦੇ ਸਨ ਮਾਤਾ ਜੀ ਨੇ ਬਣਾਏ। ਘਿਓ ਨਾਲ ਗਹਿ ਗੱਚ ਕੀਤੇ, ਮੱਖਣ ਦੇ ਨਾਲ ਇੱਕ ਛਾਬਾ ਭਰ ਲਿਆ, ਛੰਨਾ ਭਰ ਲਿਆ, ਲੱਸੀ ਚਾਟੀ 'ਚ ਪਾ ਕੇ ਪ੍ਰਸ਼ਾਦੇ ਸਿਰ ਤੇ ਰੱਖ ਕੇ ਮਾਤਾ ਜੀ ਪੈਦਲ ਚੱਲੇ ਹਨ। ਪੈਰਾਂ 'ਚ ਜੋੜਾ ਨਹੀਂ ਪਾਇਆ। ਦਾਸੀਆਂ ਦਾਸ ਨਾਲ ਜਾਣ ਲੱਗੇ ਤੇ ਮਾਤਾ ਨੇ ਵਰਗ ਦਿੱਤਾ, ਖਬਰਦਾਰ ਜੇ ਸਾਡੇ ਕੋਈ ਪਿੱਛੇ ਆਇਆ। ਪਰ ਉਹਨਾਂ ਦੀ ਡਿਊਟੀ ਸੀ, ਉਹ ਥੋੜੇ ਜਿਹੇ ਵਿੱਥ ਪਾ ਕੇ ਮਾਤਾ ਜੀ ਤੋਂ ਦੂਰ ਰਹੇ। ਸਤਿਕਾਰਯੋਗ ਮਾਤਾ ਜੀ ਭਜਨ ਕਰਦਿਆਂ, ਬਾਣੀ ਪੜ੍ਹਦਿਆਂ, ਪੈਦਲ ਕਦੇ ਚੱਲੇ ਨਹੀਂ ਸਨ ਇੰਨਾ। ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੀੜ ਦਾ ਲੰਮਾ ਪੰਧ ਹੈ, ਚਲਦੇ ਆਏ ਨੇ। ਚਲਦਿਆਂ ਚਲਦਿਆਂ ਪੈਰਾਂ ਵਿੱਚ ਛਾਲੇ ਵੀ ਨੇ। ਦਿਨ ਚੜ੍ਹਦਿਆਂ ਤੱਕ ਮਾਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ 'ਚ ਪਹੁੰਚ ਗਏ। ਅੱਗੋਂ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਮਾਨੋ ਜਿਵੇਂ ਮਾਂ ਦੀ ਉਡੀਕ ਕਰਦੇ ਹੋਣ। ਮਾਤਾ ਜੀ ਨੂੰ ਆਉਂਦਿਆਂ ਵੇਖ ਕੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਉੱਠੇ। ਮਾਤਾ ਜੀ ਦੇ ਸੀਸ ਤੋਂ ਆਪ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਲੱਸੀ ਵਾਲੀ ਚਾਟੀ ਲਾਈ ਹੈ, ਪ੍ਰਸ਼ਾਦੇ ਲਾਏ ਨੇ ਤੇ ਕਹਿੰਦੇ, ਮਾਤਾ ਤੂੰ ਬੜਾ ਤਰਸ ਕੀਤਾ, ਮੈਂ ਤਾਂ ਰਾਤ ਵੀ ਪ੍ਰਸ਼ਾਦਾ ਨਹੀਂ ਸੀ ਛਕਿਆ। ਤੈਨੂੰ ਪਤਾ ਸੀ ਵੀ ਤੇਰੇ ਪੁੱਤ ਨੂੰ ਭੁੱਖ ਲੱਗੀ ਹੈ ਤੇ ਤੂੰ ਆਪ ਪ੍ਰਸ਼ਾਦੇ ਪਕਾ ਕੇ ਲਿਆਈ ਹੈ। ਭਾਵੇਂ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਮਰ ਕਰਕੇ ਵੱਡੇ ਨੇ, ਪਰ ਗੁਰੂ ਅਰਜਨ ਦੇਵ ਸਾਹਿਬ ਦੇ ਮਹਿਲ ਹੋਣ ਕਰਕੇ ਮਾਤਾ ਗੰਗਾ ਜੀ ਨੂੰ ਜਗਤ ਮਾਤਾ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ। ਮਾਤਾ ਜੀ ਬੈਠ ਗਏ। ਅੱਜ ਮਾਤਾ ਜੀ ਨੂੰ ਮੰਗਣਾ ਨਹੀਂ ਪਿਆ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕਣ ਲੱਗੇ ਨੇ। ਗੰਢਾ ਪਕੜ ਕੇ ਹੱਥ ਵਿੱਚ ਘੁੱਟਿਆ ਹੈ। ਆਕਾਸ਼ ਵਿੱਚ ਬਿਜਲੀ ਚਮਕੀ ਆ, ਕੜਕੀ ਹੈ। ਹਾਲਾਂਕਿ ਧੁੱਪ ਚੜ੍ਹੀ ਸੀ। ਕੜਕਦੀ ਹੋਈ ਬਿਜਲੀ ਨੇ ਮਾਨੋ ਜਿਵੇਂ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਹੋਵੇ, ਬਾਬਾ ਜੀ ਅੱਜ ਮਾਤਾ ਜੀ ਨੂੰ ਵਰ ਦੇ ਦਿਓ ਪੁੱਤਰ ਹੋਣ ਦਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਪਿਆਜ ਫੇਇਆ ਤੇ ਮੁਖੋਂ ਬਚਨ ਕੀਤਾ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਤੁਹਾਡੇ ਘਰ ਵਿੱਚ ਤੁਹਾਡੀ ਕੁੱਖ ਤੋਂ ਸੂਰਬੀਰ ਬਹਾਦਰ ਯੋਧੇ ਦਾ ਜਨਮ ਹੋਵੇਗਾ। ਅੱਜ ਜਿਵੇਂ ਮੈਂ ਪਿਆਜ ਦਾ ਸਿਰ ਭੰਨਿਆ, ਏਦਾਂ ਮਲੇਛਾਂ ਦੇ ਸਿਰ ਭੰਨਿਆ ਕਰੇਗਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਬਚਨ ਹੋਇਆ। ਮਾਤਾ ਜੀ ਨੇ ਪ੍ਰਣਾਮ ਕੀਤੀ। ਬਾਬਾ ਜੀ ਨੂੰ ਪ੍ਰਸ਼ਾਦਾ ਛਕਾ ਕੇ ਮਾਤਾ ਜੀ ਅੰਮ੍ਰਿਤਸਰ ਸਾਹਿਬ ਵਾਪਸ ਆ ਗਏ। ਗੁਰੂ ਪਾਤਸ਼ਾਹ ਜੀ ਦੀ ਕਲਾ ਵਰਤੀ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਰੁਣਾ ਹੋਈ। ਪੰਜਵੇਂ ਪਾਤਸ਼ਾਹ ਨੇ ਆਖਿਆ, ਜਿਹੜਾ ਬਚਨ ਬਾਬਾ ਜੀ ਨੇ ਪਹਿਲਾਂ ਕੀਤਾ ਉਹ ਪਹਿਲਾਂ ਪੂਰਾ ਹੋਵੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਛੱਡ ਕੇ ਮਹਾਰਾਜ ਜੀ ਗੁਰੂ ਕੀ ਵਡਾਲੀ ਨਗਰ 'ਚ ਆ ਗਏ। ਗੁਰੂ ਕੀ ਵਡਾਲੀ ਨਗਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸਾਰਥਕ ਹੋਏ, ਫਲੀਭੂਤ ਹੋਏ। ਉਦਰੈ ਮਾਇਆ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ। ਜਮਿਆ ਪੂਤ ਭਗਤ ਗੋਬਿੰਦ ਕਾ। ਮਹਾਰਾਜ ਜੀ ਦੀ ਕਲਾ ਵਰਤੀ। ਅੱਜ ਦੇ ਦਿਨ ਅੰਮ੍ਰਿਤ ਵੇਲੇ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਦਾਸੀ ਆਈ ਪੰਜਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੀ ਆ, ਵਧਾਈਆਂ ਹੋਣ ਗਰੀਬ ਨਵਾਜ, ਵਧਾਈਆਂ ਹੋਣ। ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ੁਕਰਾਨੇ ਵਜੋਂ ਬਚਨ ਉਚਾਰਨ ਕੀਤੇ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੀ ਪੀੜੀ ਚੱਲ ਪਈ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮਕਰਨ ਕੀਤਾ ਸ਼੍ਰੀ ਹਰਗੋਬਿੰਦ ਸਾਹਿਬ। ਦਿਨ ਚੜ ਗਿਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਖਬਰ ਹੋਈ। ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਵਡਾਲੀ ਨਗਰ ਆਏ ਨੇ। ਮਾਤਾ ਨੂੰ ਜਾ ਕੇ ਆਖਿਆ ਮੈਨੂੰ ਸਾਹਿਬ ਦੇ ਦਰਸ਼ਨ ਕਰਾਓ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਆਖਿਆ ਇਹ ਭਾਰੇ ਗੁਰੂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸਾਹਿਬ ਦੇ ਦਰਸ਼ਨ ਕੀਤੇ ਤੇ ਆਖਿਆ ਇਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ ਹਨ। ਯੋਧਾ ਵੀ ਹੋਵੇ ਤੇ ਪਰਉਪਕਾਰੀ ਵੀ ਹੋਵੇ ਐਸਾ ਹੁੰਦਾ ਨਹੀਂ, ਪਰ ਗੁਰੂ ਹਰਗੋਬਿੰਦ ਸਾਹਿਬ ਯੋਧੇ ਨੇ ਪਰ ਪਰਉਪਕਾਰ ਕਰਨ ਵਾਸਤੇ ਯੋਧੇ ਨੇ, ਸੂਰਮੇ ਨੇ ਪਰਉਪਕਾਰ ਕਰਨ ਵਾਸਤੇ ਸੂਰਮੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਦਾ ਬਚਪਨ ਕੁਝ ਸਮਾਂ ਗੁਰੂ ਕੀ ਵਡਾਲੀ ਨਗਰ ਦੇ ਵਿੱਚ ਬਤੀਤ ਹੋਇਆ। ਉਧਰ ਪ੍ਰਿਥਵੀ ਨੂੰ ਖਬਰ ਹੋਈ, ਕਰਮੋਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਘਰ ਪੁੱਤਰ ਹੋ ਗਿਆ ਤੇ ਮਨ ਵਿੱਚ ਝੋਰਾ ਹੈ ਕਿ ਸਾਡੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ। ਮਲੇਛਤਾਈ ਕੀਤੀ ਪ੍ਰਿਥੀ ਚੰਦ ਨੇ ਕਰਮੋਂ ਨੇ। ਉਸ ਵਕਤ ਇੱਕ ਦਾਈ ਨੂੰ ਬੁਲਾਇਆ, ਦਾਈ ਨੂੰ ਸੰਖੀਆ ਜ਼ਹਿਰ ਦਿੱਤਾ ਤੇ ਆਖਿਆ ਜਾ ਆਪਣੇ ਅਸਥਣਾ ਨੂੰ ਲਾ ਕੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਦੁੱਧ ਪਿਲਾ ਕਿਸੇ ਬਹਾਨੇ ਉਹ ਬਾਲਕ ਜਿਉਂਦਾ ਨਾ ਰਹੇ। ਦਾਈ ਕਹਿਣ ਲੱਗੀ ਮੈਂ ਐਸਾ ਹੀ ਕਰਾਂਗੀ। ਇਧਰ ਗੁਰੂ ਹਰਗੋਬਿੰਦ ਸਾਹਿਬ ਨੇ 2 ਦਿਨਾਂ ਤੋਂ ਲੀਲਾ ਵਰਤਾ ਦਿੱਤੀ। ਮਾਤਾ ਜੀ ਦਾ ਦੁੱਧ ਅੰਗੀਕਾਰ ਨਹੀਂ ਕਰਦੇ 6ਵੇਂ ਪਾਤਸ਼ਾਹ। ਜਦੋਂ ਦਾਈ ਆਈ ਮਾਤਾ ਜੀ ਨੂੰ ਮਿਲੀ, ਮਾਤਾ ਜੀ ਨੇ ਆਪਣਾ ਫਿਕਰ ਦੱਸਿਆ ਵੀ ਪਤਾ ਨਹੀਂ ਮੇਰੇ ਪੁੱਤ ਨੂੰ ਕੀ ਹੋਇਆ, 2 ਦਿਨਾਂ ਤੋਂ ਦੁੱਧ ਅੰਗੀਕਾਰ ਨਹੀਂ ਪਿਆ ਕਰਦਾ। ਦਾਈ ਅਸਥਣਾ ਨੂੰ ਜ਼ਹਿਰ ਲਾ ਕੇ ਆਈ ਹੋਈ ਸੀ। ਝੱਟ ਬੋਲੀ, ਕਹਿੰਦੀ ਜੀ ਵੱਡੇ ਵੱਡੇ ਬੱਚੇ ਜਿਨ੍ਹਾਂ ਨੂੰ ਮੈਂ ਆਪਣੇ ਅਸਥਣਾ ਤੋਂ ਦੁੱਧ ਚੰਗਾਇਆ ਉਹ ਬੜੇ ਬਲਵਾਨ ਤੇ ਨਿਰੋਗ ਹੋ ਗਏ ਨੇ, ਲਿਆਓ ਇਹ ਬੱਚਾ, ਇਹਨੂੰ ਮੈਂ ਦੁੱਧ ਪਿਲਾਉਣੀ। ਗੋਦ 'ਚ ਲਿਆ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੀ ਗੁੱਤ ਤੋਂ ਪਕੜ ਕੇ ਗੁੱਤ ਖਿੱਚੀ ਹੈ। ਉਸੇ ਵਕਤ ਇਸ ਦਾਈ ਦੇ ਪ੍ਰਾਣ ਇਹਦੇ ਸਰੀਰ ਚੋਂ ਉੜਨ ਪੰਖੇਰੂ ਹੋ ਗਏ ਹਨ। ਗਰੀਬ ਨਵਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਭੱਜ ਕੇ ਮਾਤਾ ਜੀ ਨੇ ਗੋਦ ਵਿੱਚ ਲਿਆ। ਪਤਾ ਲੱਗਾ ਇਹਦੀ ਕਰਤੂਤ ਦਾ। ਉਧਰੋਂ ਇੱਕ ਸਪੇਰਾ ਖਰੀਦਿਆ ਪ੍ਰਿਥੀ ਚੰਦ ਨੇ, ਸਪੇਰੇ ਨੂੰ ਮਾਇਆ ਦਿੱਤੀ। ਕਹਿਣ ਲੱਗਾ ਕਿ ਜਾ ਕੇ ਜਿੱਥੇ ਉਹ ਬਾਲਕ ਖੇਡਦਾ ਹੋਵੇ ਹਰਗੋਬਿੰਦ, ਇਹ ਜ਼ਹਿਰੀਲਾ ਸੱਪ ਉੱਥੇ ਛੱਡ ਦੇਈ, ਇਹਨੂੰ ਉਸ ਬਾਲਕ ਨੂੰ ਡੱਸੇਗਾ। ਸਪੇਰਾ ਗਿਆ। 6ਵੇਂ ਪਾਤਸ਼ਾਹ ਨੂੰ ਖੇਡਦਿਆਂ ਡਿੱਠਾ। ਇਕੱਲੇ ਪਾਤਸ਼ਾਹ ਵਿਹੜੇ ਵਿੱਚ ਖੇਡ ਰਹੇ ਸਨ। ਸਪੇਰੇ ਨੇ ਮੌਕਾ ਵੇਖ ਕੇ ਸੱਪ ਛੱਡ ਦਿੱਤਾ। ਬੜਾ ਜ਼ਹਿਰੀਲਾ ਸੱਪ ਹੈ। ਪਾਤਸ਼ਾਹ ਦੇ ਪਾਸ ਆਉਂਦਾ ਪਰ ਡਰ ਕੇ ਦੂਰ ਚਲਿਆ ਜਾਂਦਾ। ਗਰੀਬ ਨਵਾਜ ਪਾਤਸ਼ਾਹ ਭੱਜ ਕੇ ਉਸ ਸੱਪ ਦੇ ਪਿੱਛੇ ਜਾਂਦੇ ਐ, ਉਹਦੀ ਪੂੰਛ ਪਕੜ ਕੇ ਖਿੱਚਦੇ ਆ, ਫਿਰ ਛੱਡ ਦਿੰਦੇ ਆ। ਉਹ ਭੱਜ ਭੱਜ ਕੇ ਜਾਨ ਬਚਾਉਣਾ ਚਾਹੁੰਦਾ ਪਰ 6ਵੇਂ ਪਾਤਸ਼ਾਹ ਨੇ ਉਹਦੀ ਮੁਕਤੀ ਕਰਨੀ ਸੀ। ਉਸ ਸੱਪ ਨੂੰ ਸਿਰੀ ਤੋਂ ਫੜ ਲਿਆ ਮਹਾਰਾਜ 6ਵੇਂ ਪਾਤਸ਼ਾਹ ਨੇ। ਹਾਲਾਂਕਿ ਰਿੜਦੇ ਸਨ ਉਦੋਂ 6ਵੇਂ ਪਾਤਸ਼ਾਹ। ਸਿਰੀ ਤੋਂ ਫੜ ਕੇ ਸੱਪ ਨੂੰ ਮਹਾਰਾਜ ਜੀ ਨੇ ਉਹਦਾ ਸਿਰ ਜ਼ਮੀਨ ਨਾਲ ਜ਼ੋਰ ਨਾਲ ਰਗੜਿਆ ਔਰ ਉਸ ਸੱਪ ਦੀ ਮੌਤ ਹੋ ਗਈ। ਮਾਤਾ ਜੀ ਨੇ ਮਰਿਆ ਹੋਇਆ ਸੱਪ ਜਦੋਂ ਸਾਹਿਬ ਦੇ ਪਾਸ ਵੇਖਿਆ ਭੱਜ ਕੇ ਆਏ, ਮਹਾਰਾਜ ਜੀ ਨੂੰ ਗੋਦ ਵਿੱਚ ਚੁੱਕ ਲਿਆ। ਇਦਾਂ ਦੇ ਬਹੁਤ ਸਾਰੀਆਂ ਖੇਡਾਂ ਕੌਤਕ ਵਰਤੇ। ਇੱਕ ਦਿਨ ਮਾਤਾ ਜੀ ਮਹਾਰਾਜ 5ਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਖਬਰੇ ਮੇਰੇ ਪੁੱਤ ਦਾ ਕੌਣ ਦੁਸ਼ਮਣ ਹੈ ਕਿ ਕਈ ਵਾਰਾਂ ਹੋ ਚੁੱਕੀਆਂ ਹਨ। ਮੇਰਾ ਚਿੱਤ ਕਰਦਾ ਵੀ ਮੈਂ ਇਸ ਨਗਰ ਵਿੱਚ ਨਾ ਰਵਾਂ, ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਚੱਲੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਐਸਾ ਹੀ ਹੋਵੇਗਾ। ਤਿਆਰੀ ਕੀਤੀ, ਗੁਰੂ ਕੀ ਵਡਾਲੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆਏ। ਬਾਬਾ ਪ੍ਰਿਥੀ ਚੰਦ ਜੀ ਦੇ ਘਰ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਨੇ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਪ੍ਰਿਥੀ ਚੰਦ ਨੂੰ ਨਮਸਕਾਰ ਕਰਨ ਨੂੰ ਕਿਹਾ। ਜਦੋਂ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਚਿਹਰਾ ਉਜਵਲ, ਤੇ ਵੇਖ ਕੇ ਪ੍ਰਿਥੀ ਚੰਦ ਦਾ ਕਾਲਜਾ ਸੜ ਗਿਆ। ਤੇ ਉਸ ਵੇਲੇ ਮੂੰਹੋਂ ਕੁਝ ਬੋਲਿਆ ਨਹੀਂ ਪਿਆ ਜਾਂਦਾ, ਇਹੋ ਜਿਹਾ ਈਰਖਾ ਦੀ ਅੱਗ 'ਚ ਸੜਦਾ ਹੈ ਕਿ ਇਤਨਾ ਤੇਜਸਵੀ ਬਾਲਕ ਹੈ ਇਹਨਾਂ ਦਾ। ਇਹਨੇ ਇੱਕ ਖੜਾਵਾ ਖਰੀਦਿਆ, ਉਹਨੂੰ ਜ਼ਹਿਰ ਦਿੱਤਾ, ਆਖਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਮਾਰ ਦੇਈਂ। ਖੜਾਵੇ ਨੇ ਦਹੀਂ 'ਚ ਜ਼ਹਿਰ ਮਿਲਾ ਲਿਆ। 6ਵੇਂ ਪਾਤਸ਼ਾਹ ਕੋਈ 4-5 ਬਰਸ ਦੀ ਉਮਰ ਹੋਵੇਗੀ। ਖੜਾਵਾ ਉਹ ਜ਼ਹਿਰ ਮਹਾਰਾਜ ਜੀ ਦੇ ਸਾਹਮਣੇ ਦਹੀਂ ਦੇ ਵਿੱਚ ਮਿਲਾ ਕੇ ਪਾਤਸ਼ਾਹ ਨੂੰ ਛਕਾਣਾ ਚਾਹੁੰਦਾ ਹੈ। ਗੁਰੂ ਪਾਤਸ਼ਾਹ ਜੀ ਉਹ ਦਹੀਂ ਨਹੀਂ ਛਕਦੇ, ਉਹ ਜ਼ਬਰਦਸਤੀ ਕਰਦਾ। ਮਹਾਰਾਜ ਜੀ ਉੱਚੀ ਕਿਲਕਾਰੀ ਮਾਰਦੇ ਐ। 5ਵੇਂ ਪਾਤਸ਼ਾਹ ਨੇ ਸੁਣਿਆ, ਆਖਿਆ ਕੀ ਗੱਲ? ਖਿਡਾਵਾ ਸਾਹਿਬ ਨੂੰ ਚੁਬਾਰੇ ਤੋਂ ਥੱਲੇ ਲੈ ਆਇਆ ਗੁਰੂ ਕੇ ਮਹਿਲਾਂ 'ਚ। ਮਹਾਰਾਜ ਜੀ ਨੂੰ ਕਹਿੰਦਾ, ਜੀ ਮੈਂ ਦਹੀਂ ਖਵਾਉਂਦਾ ਤੇ ਛਕਦੇ ਨਹੀਂ। ਪਾਤਸ਼ਾਹ ਕਹਿੰਦੇ, ਲਿਆ ਉਰੇ ਦਹੀਂ। ਮਹਾਰਾਜ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਇੱਕ ਪਿਸਤਾ ਜਾਤੀ ਦਾ ਛੋਟਾ ਜਿਹਾ ਕੁੱਤਾ ਸੀ, ਜਿਹੜਾ ਗੁਰੂ ਅਰਜਨ ਸਾਹਿਬ ਦਾ ਸੀਤ ਪ੍ਰਸ਼ਾਦ ਛਕਦਾ ਸੀ। ਗੁਰੂ ਚਰਨਾਂ ਦੇ ਜੋੜਿਆਂ 'ਚ ਬੈਠਾ ਰਹਿੰਦਾ ਸੀ। ਪਾਤਸ਼ਾਹ ਨੇ ਉਹ ਦਹੀਂ ਉਸ ਕੁੱਤੇ ਦੇ ਅੱਗੇ ਕੀਤੀ ਤੇ ਇਸ਼ਾਰਾ ਕੀਤਾ, ਖਾ ਲੈ। ਉਹ ਕੁੱਤਾ ਤਰਸ ਭਰੀਆਂ ਨਿਗਾਹਾਂ ਨਾਲ ਸਤਿਗੁਰਾਂ ਵੱਲ ਵੇਖਦਾ ਹੈ ਤੇ ਬੇਨਤੀ ਕਰਦਾ, ਮਨ ਹੀ ਮਨ ਗਰੀਬ ਨਵਾਜ, ਇਸ ਦਹੀਂ 'ਚ ਜ਼ਹਿਰ ਮਿਲਿਆ ਹੋਇਆ ਹੈ, ਮੈਂ ਕਿਵੇਂ ਖਾਵਾਂ? ਜੇ ਖਾਵਾਂਗਾ ਤੇ ਤੁਹਾਡੇ ਚਰਨਾਂ ਵਿੱਚ ਮੈਨੂੰ ਥਾਂ ਨਹੀਂ ਜੇ ਮਿਲਣੀ। ਗਰੀਬ ਨਵਾਜ ਜੀ ਨੇ ਬਚਨ ਆਖਿਆ, ਫਿਕਰ ਮਤ ਕਰ, ਖਾ ਲੈ, ਤੂੰ ਸਾਡੇ ਚਰਨਾਂ 'ਚ ਹੀ ਰਹੇਗਾ। ਉਹ ਦਹੀਂ ਜਦੋਂ ਕੁੱਤੇ ਨੇ ਛਕੀ, ਤੜਫ ਤੜਫ ਕੇ ਮਹਾਰਾਜ ਜੀ ਦੇ ਸਨਮੁਖ ਉਹਦੀ ਮੌਤ ਹੋ ਗਈ। ਖੜਾਵਾ ਸਾਹਮਣੇ ਖੜਾ ਸੀ, ਬ੍ਰਾਹਮਣ ਸੀ। ਮਹਾਰਾਜ ਜੀ ਕਹਿੰਦੇ ਆ, ਮਲੇਛਾ ਤੂੰ ਇਹੋ ਜੀ ਮਲੇਛਤਾਈ ਕੀਤੀ ਆ, ਜਿਵੇਂ ਕੁੱਤਾ ਤੜਫ ਕੇ ਮਰਿਆ ਤੂੰ ਵੀ ਮਰ ਜਾ ਏਦਾਂ ਤੜਫ ਕੇ। ਉਹ ਬ੍ਰਾਹਮਣ ਸਾਹਮਣੇ ਤੜਫ ਤੜਫ ਕੇ ਮਰ ਗਿਆ। ਸੇਵਕਾਂ ਨੇ ਬੇਨਤੀ ਕੀਤੀ, ਮਹਾਰਾਜ ਪਤਾ ਕਿਵੇਂ ਲੱਗੇਗਾ ਵੀ ਇਹਨੂੰ ਕਿਹਨੇ ਭੇਜਿਆ ਜ਼ਹਿਰ ਦੇ ਕੇ? ਉਹ ਸੁਰਜੀਤ ਕੀਤਾ। ਉਸ ਵੇਲੇ ਉਸ ਬ੍ਰਾਹਮਣ ਨੇ ਦੱਸਿਆ, ਮੈਨੂੰ ਬਾਬੇ ਪ੍ਰਿਥੀ ਚੰਦ ਨੇ ਸਭ ਕੁਝ ਕਰਨ ਨੂੰ ਕਿਹਾ। 5ਵੇਂ ਪਾਤਸ਼ਾਹ ਨੇ ਬਾਬੇ ਪ੍ਰਿਥੀ ਚੰਦ ਨਾਲ ਗੱਲ ਕੀਤੀ, ਪਰ ਉਹ ਈਰਖਾਲੂ ਸੀ। ਕਹਿਣ ਲੱਗਾ, ਤੁਸੀਂ ਮੇਰੇ ਤੇ ਝੂਠੇ ਦੋਸ਼ ਲਾਉਂਦੇ ਹੋ। ਦਿੱਲੀ ਜਾ ਕੇ ਪੁਕਾਰਾਂ ਕੀਤੀਆਂ। ਇਧਰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ ਜਦੋਂ 6 ਕੁ ਬਰਸ ਦਾ ਹੋ ਗਿਆ, 5ਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਦਿਆ ਪੜਾਉਣ ਦਾ ਪ੍ਰਬੰਧ ਕਰੀਏ। ਵੇਖੀਏ ਵੀ ਉਸਤਾਦ ਕਿਹਨੂੰ ਲਾਈਏ। ਜਿਹੜਾ ਫਾਰਸੀ ਪੜ੍ਹਾ ਸਕਦਾ ਉਹ ਸੰਸਕ੍ਰਿਤ ਨਹੀਂ ਪੜ੍ਹਾ ਸਕਦਾ, ਜਿਹੜਾ ਸੰਸਕ੍ਰਿਤ ਪੜ੍ਹਾਵੇਗਾ ਉਹ ਫਾਰਸੀ ਨਹੀਂ ਪੜ੍ਹਾ ਸਕਦਾ, ਜਿਹੜਾ ਸੰਸਕ੍ਰਿਤ ਫਾਰਸੀ ਪੜ੍ਹਾਵੇ ਉਹ ਗੁਰਮੁਖੀ ਨਹੀਂ ਪੜ੍ਹਾ ਸਕਦਾ। ਤੇ ਸ਼ਸਤਰ ਵਿਦਿਆ, ਘੋੜਸਵਾਰੀ, ਨੇਜੇਬਾਜ਼ੀ, ਇਹ ਸਾਰੀ ਵਿਦਿਆ ਇੱਕ ਉਸਤਾਦ ਕੋਲ ਨਹੀਂ ਹੈ। ਕਿਤੇ ਨਿਗਾਹ ਮਾਰੀ ਤੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨਜ਼ਰ ਆਏ। ਬਾਬਾ ਬੁੱਢਾ ਸਾਹਿਬ ਜੀ ਨੂੰ 5ਵੇਂ ਗੁਰਦੇਵ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜ੍ਹਾਓ। ਬਾਬਾ ਜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਂ ਜੱਟ ਜ਼ਿਮੀਂਦਾਰ ਬੰਦਾ, ਗੁਰੂ ਕੇ ਖੇਤਾਂ 'ਚ ਘਾਹ ਪੁੱਟਣ ਵਾਲਾ, ਹਲ ਵਾਹੁਣ ਵਾਲਾ ਹਾਂ। ਮੈਨੂੰ ਕੀ ਪਤਾ ਵੀ ਅੱਖਰ ਕੀ ਹੁੰਦੇ ਐ, ਇਹ ਪੜ੍ਹਾਈ ਕੀ ਹੁੰਦੀ ਐ, ਇਹ ਵਿਦਿਆ ਕੀ ਹੁੰਦੀ ਐ। ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਜਿਹੜੀ ਵਿਦਿਆ, ਜਿਹੜੀ ਪੜ੍ਹਾਈ ਤੁਹਾਨੂੰ ਨਹੀਂ ਆਉਂਦੀ, ਉਹ ਇਸ ਸੰਸਾਰ ਵਿੱਚ ਪਰਮੇਸ਼ਰ ਨੇ ਬੜਾਈ ਨਹੀਂ ਹੋਣੀ। ਗੁਰੂ ਬਾਬਾ ਜੀ ਨੇ ਜਦੋਂ ਤੁਹਾਡੇ ਸਿਰ ਤੇ ਹੱਥ ਧਰਿਆ ਸੀ ਤਾਂ ਦੁਨੀਆ ਦੀ ਸਾਰੀ ਵਿਦਿਆ, ਬ੍ਰਹਮ ਵਿਦਿਆ ਉਹਨਾਂ ਨੇ ਤੁਹਾਨੂੰ ਬਖਸ਼ ਦਿੱਤੀ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਪੜ੍ਹਾਈ। ਦਿਨਾਂ ਵਿੱਚ ਹੀ 5 ਗ੍ਰੰਥੀ ਆਦਿਕ ਬਾਣੀਆਂ ਮਹਾਰਾਜ 6ਵੇਂ ਪਾਤਸ਼ਾਹ ਨੇ ਪੜ੍ਹ ਕੇ ਕੰਠ ਕਰ ਲਈਆਂ। ਘੋੜ ਸਵਾਰੀ, ਨੇਜੇਬਾਜ਼ੀ, ਪਲੱਥੇਬਾਜ਼ੀ, ਇਹ ਸਾਰੀ ਵਿਦਿਆ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਿਖਾਈ। ਸਮਾਂ ਬੀਤਿਆ, 5ਵੇਂ ਪਾਤਸ਼ਾਹ ਸੱਚਖੰਡ ਗਏ। 6ਵੇਂ ਪਾਤਸ਼ਾਹ ਤਖਤ ਤੇ ਬਿਰਾਜਮਾਨ ਹੋਏ। 11 ਕੁ ਵਰ੍ਹਿਆਂ ਦੀ ਉਮਰ ਵਿੱਚ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਹਨ। ਸਿੱਖਾਂ ਨੂੰ ਹੁਕਮ ਕੀਤਾ ਕਿ ਸ਼ਸਤਰਧਾਰੀ ਹੋ ਕੇ ਸਾਡੀ ਸ਼ਰਨ ਵਿੱਚ ਆਉਣਾ ਹੈ।
ਵਧੀਆ ਹਥਿਆਰ, ਵਧੀਆ ਸ਼ਸਤਰ, ਵਧੀਆ ਘੋੜੇ ਲੈ ਕੇ ਹਾਜ਼ਰ ਹੋਣਾ। ਨੌਜਵਾਨਾਂ ਦੀ ਫੌਜ ਸਾਡੇ ਕੋਲ ਆ ਕੇ ਭਰਤੀ ਹੋਵੇ। ਸ਼ਿਕਾਰ ਖੇਡਣਾ ਮਹਾਰਾਜ ਛੇਵੇਂ ਪਾਤਸ਼ਾਹ ਨੇ, ਜੰਗੀ ਕਵਾਇਦ ਕਰਨੀ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਕਰਾਉਣਾ। ਸਮਾਂ ਬੀਤਦਾ ਚਲਿਆ ਗਿਆ। ਬਾਦਸ਼ਾਹ ਜਹਾਂਗੀਰ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸੱਦਾ ਭੇਜਿਆ। ਗਰੀਬ ਨਵਾਜ ਦਿੱਲੀ ਜਾ ਕੇ ਬਾਦਸ਼ਾਹ ਨੂੰ ਮਿਲੇ। ਚੰਦੂ ਵਰਗਿਆਂ ਨੇ ਭੈੜੀਆਂ ਕਰਤੂਤਾਂ ਕਰਕੇ ਸਤਿਗੁਰੂ ਜੀ ਨੂੰ ਕਿਸੇ ਤਰੀਕੇ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕਰਵਾ ਦਿੱਤਾ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਨੇ। ਇਹਨਾਂ ਨੇ ਸੋਚਿਆ ਸੀ ਵੀ ਉੱਥੇ ਭੇਜ ਕੇ ਇਹਨਾਂ ਨੂੰ ਮੁੜ ਕੇ ਬਾਹਰ ਨਹੀਂ ਆਉਣ ਦੇਵਾਂਗੇ, ਪਰ ਗਵਾਲੀਅਰ ਦੇ ਕਿਲੇ ਦਾ ਜਿਹੜਾ ਕਿਲੇਦਾਰ ਸੀ ਦੁਰਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਹੋ ਕੇ, ਹਰੀਦਾਸ ਉਹਦਾ ਨਾਮ ਸੀ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਦਾ ਰਿਹਾ। ਸਮਾਂ ਬੀਤਦਾ ਚਲਿਆ ਗਿਆ। ਸਬਬ ਬਣ ਗਿਆ ਮਹਾਰਾਜ ਜੀ ਦਾ ਬਾਹਰ ਆਉਣ ਦਾ। ਤਾਂ ਉਸ ਵਕਤ ਪਾਤਸ਼ਾਹ ਨੇ ਸੁਨੇਹਾ ਭੇਜਿਆ, ਬਾਦਸ਼ਾਹ ਹੁਣ ਅਸੀਂ ਇਕੱਲਿਆਂ ਨਹੀਂ ਜੇ ਆਉਣਾ, ਹੁਣ ਸਾਡੇ ਨਾਲ ਇਹ 52 ਰਾਜੇ ਵੀ ਜਿਹੜੇ ਕੈਦ ਨੇ ਇਹ ਵੀ ਚੱਲ ਕੇ ਆਉਣਗੇ। ਕਹਿਣ ਲੱਗਾ ਜੀ ਮੈਂ ਤਾਂ ਬੜੀ ਮੁਸ਼ਕਲ ਨਾਲ ਇਹ ਫੜ ਕੇ ਕੈਦ ਕੀਤੇ ਨੇ, ਬਹੁਤ ਫੌਜਾਂ ਮਰਵਾਈਆਂ ਨੇ, ਸੈਨਾ ਮਰਵਾਈ ਹੈ, ਪੈਸਾ ਖਰਚਿਆ, ਇਹ ਬਾਹਰ ਨਿਕਲ ਕੇ ਮੇਰੇ ਖਿਲਾਫ ਬਗਾਵਤ ਕਰਨਗੇ। ਪਾਤਸ਼ਾਹ ਨੇ ਆਖਿਆ, ਹੇ ਬਾਦਸ਼ਾਹ, ਜੋ ਨਰ ਆਤੁਰ ਹਵੈ ਕਬੇਰਾ, ਕਹਿ ਗੁਰੂ ਹਰਗੋਬਿੰਦ ਮੈਂ ਅਬ ਤੇਰਾ, ਇਹਾਂ ਛਡਾਵਨ ਕਿਆ ਹੈ ਅਨਬਨ, ਨੇੜ ਨਾ ਆਨ ਦੇਹੂੰ ਜਮਦੂਤਨ। ਜਿਹੜੇ ਸੇਵਕ ਇੱਕ ਵਾਰੀ ਕਹਿ ਦਿੰਦੇ ਨੇ, ਦੁਖੀ ਹੋ ਕੇ ਹਿਰਦੇ ਚੋਂ ਵਿਆਕੁਲ ਹੋ ਕੇ ਕਹਿ ਦਿੰਦੇ ਨੇ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਉਹਨਾਂ ਨੂੰ ਇਸ ਗਵਾਲੀਅਰ ਦੇ ਕਿਲੇ ਚੋਂ ਛਡਾਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ। ਮੈਂ ਤਾਂ ਉਹਨਾਂ ਦੇ ਨੇੜੇ ਜਮਦੂਤ ਵੀ ਨਾ ਫਰਕਣ ਦਿਆਂ। ਇਹ ਬਚਨ ਪਾਤਸ਼ਾਹ ਨੇ ਜਦੋਂ ਕਹੇ ਤੋ ਬਾਦਸ਼ਾਹ ਨੇ ਨੀਤੀ ਖੇਡੀ। ਕਹਿੰਦਾ ਜੀ ਜਿੰਨੇ ਤੁਹਾਡੇ ਚੋਲੇ ਦੇ ਪੱਲੇ ਪਕੜ ਕੇ ਕਲੀਆਂ ਫੜ ਕੇ ਆ ਜਾਣ ਲੈ ਆਓ। ਇਹ ਜਾਣਦਾ ਸੀ ਵੀ ਉਹ ਰਾਜਪੂਤ ਰਾਜੇ ਨੇ, ਮਰਦੇ ਮਰ ਜਾਣ, ਕਿਸੇ ਦਾ ਪੱਲਾ ਨਹੀਂ ਫੜਨਗੇ, ਪਰ ਇਹ ਨਹੀਂ ਸੀ ਜਾਣਦਾ ਵੀ ਉਹ ਰਾਜੇ ਗੁਰੂ ਸਾਹਿਬ ਦੇ ਸੇਵਕ ਹੋ ਗਏ ਨੇ। ਮਹਾਰਾਜ ਜੀ ਨੇ ਚੋਲਾ ਇਹੋ ਜਿਹਾ ਤਿਆਰ ਕਰਵਾਇਆ 52 ਦੇ 52 ਰਾਜਿਆਂ ਨੂੰ, ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾ ਕੇ ਤਿਨਾਂ ਨੂੰ ਰਾਜ ਭਾਗ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਖਸ਼ੇ। ਗਵਾਲੀਅਰ ਤੋਂ ਜਦੋਂ ਬਾਹਰ ਆਏ ਨੇ ਕਿਲੇ ਚੋਂ, ਤੇ ਬਾਹਰ ਖਲੋਤੇ ਹਰੀਦਾਸ ਨੇ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਆਪਣੇ ਮੁਖੋਂ ਕਿਹਾ, ਦਾਤਾ ਬੰਦੀ ਛੋੜ, ਦਾਤਾ ਬੰਦੀ ਛੋੜ। ਅੱਜ ਉੱਥੇ ਅਸਥਾਨ ਹੈ ਕਿਲੇ ਦੇ ਵਿੱਚ, ਔਰ ਉਸ ਅਸਥਾਨ ਦਾ ਨਾਮ ਹੀ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਹੈ। ਛੇਵੇਂ ਪਾਤਸ਼ਾਹ ਦਿੱਲੀ ਆਏ, ਚੰਦੂ ਨੂੰ ਗ੍ਰਿਫਤਾਰ ਕਰਕੇ ਉਹਨੂੰ ਦੰਡ ਦਿੱਤਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਲਾਹੌਰ ਆਏ, ਕੁਝ ਸਮਾਂ ਇੱਥੇ ਰਹੇ, ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਬਿਰਾਜੇ। ਜਹਾਂਗੀਰ ਚਾਲੇ ਪਾ ਗਿਆ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਬਣਿਆ। ਸ਼ਾਹਜਹਾਨ ਨੇ ਗੁਰੂ ਘਰ ਨਾਲ ਵੈਰ ਵਿਰੋਧ ਦੀ ਬਿਰਤੀ ਰੱਖੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਦਰਬਾਰ ਲਾਹੌਰ ਦੀ ਧਰਤੀ ਤੇ ਬਣਿਆ, ਇਹਨੇ ਢਾਇਆ। ਫੌਜਾਂ ਮਹਾਰਾਜ ਜੀ ਤੇ ਭੇਜੀਆਂ। ਪਹਿਲਾ ਜੰਗ ਹੋਇਆ। ਮੁਖਲਸ ਖਾਨ 7000 ਫੌਜ ਆਪਣੇ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜ੍ਹ ਕੇ ਆਇਆ। ਗਰੀਬ ਨਵਾਜ ਪਾਤਸ਼ਾਹ ਨੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਾਲੇ ਪਾਵਨ ਸਥਾਨ ਤੇ ਜੰਗ ਲੜਿਆ। 7000 ਦੀ 7000 ਫੌਜ ਮੁਖਲਸ ਖਾਨ ਦੇ ਸਮੇਤ ਰਣ ਤੱਤੇ ਵਿੱਚ ਮਾਰ ਕੇ ਸਤਿਗੁਰੂ ਜੀ ਨੇ ਕੇਵਲ 3 ਪਹਿਰਾਂ ਵਿੱਚ 7000 ਫੌਜ ਕੇਵਲ 3 ਪਹਿਰਾਂ ਦੇ ਵਿੱਚ ਮਹਾਰਾਜ ਜੀ ਨੇ ਮਾਰ ਕੇ ਮੁਕਾ ਕੇ ਅੰਮ੍ਰਿਤਸਰ ਸਾਹਿਬ ਦੇ ਲੋਹਗੜ੍ਹ ਸਾਹਿਬ ਦੇ ਜੰਗ ਵਿੱਚ ਫਤਿਹ ਪ੍ਰਾਪਤ ਕੀਤੀ। ਗੁਰਸਿੱਖਾਂ ਨੂੰ ਵਰ ਬਖਸ਼ੇ ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ੍ਰੀ ਹਰਗੋਬਿੰਦਪੁਰੇ ਗਏ ਨੇ। ਇਧਰ ਮਾਲਵੇ ਦੇ ਇਲਾਕੇ 'ਚ ਆਏ ਨੇ। ਸ੍ਰੀ ਹਰਗੋਬਿੰਦਪੁਰੇ ਦਾ ਜੰਗ ਲੜਿਆ, ਮਹਾਰਾਜ ਦਾ ਜੰਗ ਲੜਿਆ। ਹਰ ਜੰਗ ਵਿੱਚ ਫੌਜਾਂ ਦੁੱਗਣੀਆਂ ਹੁੰਦੀਆਂ ਚਲੀਆਂ ਗਈਆਂ। ਸ੍ਰੀ ਹਰਗੋਬਿੰਦਪੁਰੇ ਦੇ ਜੰਗ ਵਿੱਚ 15000 ਫੌਜ ਪਹੁੰਚੀ। ਮਹਾਰਾਜ ਦੇ ਜੰਗ 'ਚ ਤਕਰੀਬਨ 30000 ਫੌਜ ਪਹੁੰਚੀ। ਔਰ ਕਰਤਾਰਪੁਰ ਸਾਹਿਬ ਦਾ ਅਖੀਰਲਾ ਜੰਗ ਜਦੋਂ ਸਾਹਿਬਾਂ ਨੇ ਲੜਿਆ, ਇਹਦੇ 'ਚ ਤਕਰੀਬਨ 80000 ਤੋਂ ਵੱਧ ਫੌਜਾਂ
ਪੈਂਦੇ ਖਾਂ ਦੇ ਸਮੇਤ ਚੜ੍ਹ ਕੇ ਆਈਆਂ ਸਨ। ਚਾਰਾਂ ਦੇ ਚਾਰਾਂ ਜੰਗਾਂ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਔਰ ਆਪਣੇ ਜੀਵਨ ਦਾ ਕੁਝ ਸਮਾਂ ਕਸ਼ਮੀਰ ਦੇ ਇਲਾਕੇ ਵਿੱਚ ਜਾ ਕੇ ਇਧਰ ਮਾਲਵੇ ਦਾ ਰਟਨ ਕਰਦਿਆਂ ਹੋਇਆਂ ਇਧਰ ਯੂਪੀ ਵਿੱਚ ਸ੍ਰੀ ਨਾਨਕਮਤਾ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਦੇ ਪਾਵਨ ਅਸਥਾਨਾਂ ਦੀ ਮਰਿਆਦਾ ਬਹਾਲ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਆਣ ਬਿਰਾਜੇ ਹਨ। ਇੱਥੇ ਗਰੀਬ ਨਵਾਜ ਪਾਤਸ਼ਾਹ ਨੇ ਜੀਵਨ ਦਾ ਤਕਰੀਬਨ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਗਰੀਬ ਨਵਾਜ ਸਾਹਿਬ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤਾ ਹੈ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਸਾਈ ਮੀਆਂ ਮੀਰ ਨੇ ਮੱਥਾ ਟੇਕਿਆ ਤੇ ਬਾਦਸ਼ਾਹ ਸ਼ਾਹ ਜਹਾਨ ਨੇ ਕਿੰਤੂ ਕੀਤਾ। ਕਹਿਣ ਲੱਗਾ ਤੁਸੀਂ ਸਿੱਖਾਂ ਦੇ ਗੁਰੂ ਜਿਹੜੇ ਕਾਫਰਾਂ ਦੇ ਗੁਰੂ ਨੇ, ਸਾਡੇ ਮੁਸਲਮਾਨਾਂ ਦੇ ਤੁਸੀਂ ਏਡੇ ਵੱਡੇ ਪੀਰ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਦੇ ਹੋ, ਇਹ ਸਾਡੀ ਤੋਹੀਨ ਹੈ। ਸਾਈ ਮੀਆਂ ਮੀਰ ਜੀ ਕਹਿੰਦੇ ਹੋ ਬਾਦਸ਼ਾਹ ਸ਼ਾਹ ਜਹਾਨ ਸੁਣ, ਜਦੋਂ ਤੇਰੇ ਵਰਗੇ ਚੇਲੇ ਸਾਡੇ ਕੋਲ ਆ ਕੇ ਮੰਗਦੇ ਆ ਨਾ, ਸਾਡੇ ਕੋਲ ਦਾਨ ਦੇਣ ਨੂੰ ਨਹੀਂ ਹੁੰਦਾ ਕੁਝ, ਅਸੀਂ ਖੁਦਾ ਦੀ ਕਚਹਿਰੀ 'ਚ ਜਾਂਦੇ ਹਾਂ, ਖੁਦਾ ਦੇ ਦਰਬਾਰ 'ਚ ਜਾ ਕੇ ਪੁਕਾਰਾ ਕਰਦੇ ਹਾਂ। ਮੇਰੇ ਵਰਗੇ ਕਈ ਪੀਰ ਉੱਥੇ ਖੁਦਾ ਦੇ ਦਰਬਾਰ ਦੇ ਸਾਹਮਣੇ ਖਲੋਤੇ ਹੁੰਦੇ ਐ, ਆਵਾਜ਼ਾਂ ਮਾਰਦੇ ਆ ਖੁਦਾ ਦਰਵਾਜ਼ਾ ਖੋਲੋ। ਕਹਿੰਦੇ ਦਰਵਾਜ਼ਾ ਖੁੱਲਦਾ ਤੇ ਦਰਵਾਜ਼ਾ ਖੋਲ ਕੇ ਜਿਹੜੇ ਸਾਡੀ ਪੁਕਾਰ ਸੁਣਨ ਆਉਂਦੇ ਐ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੁੰਦੇ ਹਨ। ਸਾਡੀ ਪੁਕਾਰ ਸੁਣ ਕੇ ਜੋ ਅਸੀਂ ਮੰਗਣਾ ਉਹਨਾਂ ਕੋਲੋਂ ਮੰਗਦੇ ਆ, ਉਹ ਫੇਰ ਅੰਦਰ ਜਾਂਦੇ ਨੇ, ਬਾਹਰ ਆ ਕੇ ਕਹਿੰਦੇ ਆ ਤੁਹਾਡੀ ਮੁਰਾਦ ਹਾਸਲ ਹੋਵੇ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਖੁਦਾ ਵੱਖਰਾ ਹੈ ਕਿ ਨਹੀਂ, ਸਾਡੇ ਵਾਸਤੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੀ ਖੁਦਾ ਹਨ। ਮੈਂ ਇਸ ਕਰਕੇ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਐਸੇ ਦੀਨ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ, ਦੀਨ ਦੁਨੀ ਦਾ ਪਾਤਸ਼ਾਹ, 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 ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ। ਗੁਰੂ ਹਰਗੋਬਿੰਦ ਸਾਹਿਬ ਦੀਨ ਤੇ ਦੁਨੀਆ ਦੇ ਪਾਤਸ਼ਾਹ ਨੇ ਔਰ ਅਡੋਲ ਪਾਤਸ਼ਾਹ ਨੇ। ਦੁਨੀਆ ਦੇ ਪਾਤਸ਼ਾਹਾਂ ਦੀਆਂ ਪਾਤਸ਼ਾਹੀਆਂ ਡੋਲ ਜਾਂਦੀਆਂ ਨੇ, ਪਰ ਸਾਹਿਬਾਂ ਦੀ ਪਾਤਸ਼ਾਹੀ ਸਤ ਹੈ, ਸदैवी ਹੈ। ਇਹ ਸੰਸਾਰ ਬਿਨਸਣੇ ਤੋਂ ਬਾਅਦ ਵੀ ਸਥਿਰ ਹੈ, ਰਹਿਣ ਵਾਲੀ ਪਾਤਸ਼ਾਹੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।